हालेलुया, हालेलुया। संतो उपदेशक की किताब 4 अध्याय के पहले वचन तो असीं शुरुआत करांगे। दस रहा सा कि धरती ते जिहड़ियां बेइंसाफियां ने उहदे बारे प्रभु का दास जिक्र करता है कि दुनिया के अंदर किस तरह का बर्ताव हुंदा है, किस तरह की सोच आ, की मनुख की भावना आ, की चाहुंदा इंसान, किसी होर ते तरस करदा या नहीं करदा, कि जिहड़ा दुखी वो दुखी रह रहा, जिहड़ा सुखी वो सुखी आ, कि दूजे की झोली चों कढ़ के इंसान अपनी ही झोली च पाउणा चाहुंदा आ। हालेलुया। इंसान तो ये सब कुछ कर सकता है, पर परमेश्वर कदे बेइंसाफी नहीं करता। सो पहले वचन च पढ़ते असी, तद मैं फिर मुड़ के सारिया शक्तियां वल जो सूरज के हेठ हुंदियां हन डिठा, अते वेखो सताया होयां दे हंझू हन सन, अते उन्हां नूं दिलासा देण वाला कोई नहीं सी, अते उन्हां दे सख्ती करन वाले बलवंत सन, पर उन्हां नूं दिलासा देण वाला कोई ना रहा। हालेलुया, हालेलुया, प्रभु यीशु मसीह की। सो मेरे जी, जो संत उपदेशक प्रार्थना विच आ, संत उपदेशक प्रार्थना विच ने, प्रभु की हजूरी च बैठे ने, पर उहदे मन विच एक कल्पना सी कि हे परमेश्वर यहोवा, तुसी तरस करो कि साडी इस धरती के उत्ते जो हो रहा उहदे सुधारन दे लई, अते मैनू वो दृश्य दिखाउण लई मदद कर, कि मैं अपनी अखां नाल वेखां कि दुनिया ते की हो रहा। मैं तो अपने घर विच, अपने राज विच सुखी आनंद हाँ, मैं सुख का खाना ते सुख का पीना आ। हे प्रभु यहोवा, कि तरस करो कि मैनू विखाओ, मैं जाना कि इस दुनिया के उत्ते की हो रहा। तो फिर उसने, जब परमेश्वर ने कृपा की पवित्र आत्मा द्वारा, अते उसने अपनियां आत्मिक अखां पुआइयां, देखिया जिन्नियां सख्ताइयां, जिन्ना कठोर काम आ, वो सूरज के हेठ हुंदा प्रभु के दास ने देखिया, उपदेशक ने। अते वो कहता, वेखो वो लोग जिहड़े सताए हुए हैं, दुखी जिन्हों किया जाता, परेशान किया जाता तरनाटा वालों, उन्हां दी अखां चों अथरू डिगदे ने। संत उपदेशक की निगाह जिहड़ी परंत अमीर लोगों ते, तकड़े लोगों ते नहीं गई, क्योंकि उहदे अंदर प्रभु का आत्मा सी। प्रभु डिगे नूं उठाउण वाला परमेश्वर आ। प्रभु का आत्मा संत उपदेशक दरम्यान सी, तां उसकी निगाह उधर गई जिहड़े दुखां दे विच, कलेशां दे विच, भुखां दे विच, हर संकट दे विच ते दूजे लोगों वालों सताए हुए सन। उन्हां दी अखां चों अथरू वग रहे सी। तो
ਤਾਂ ਜਦ ਉਸਨੇ ਦੇਖਿਆ ਅਤੇ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। ਹਾਲੇਲੂਇਆ। ਮੇਰੇ ਜੀਜੋ, ਕੋਈ ਕਮਜ਼ੋਰ, ਕੋਈ ਗਰੀਬ, ਨਤਾਣਾ ਨਿਮਾਣਾ ਵਿਚਾਰਾ ਭੁੱਖਾ ਹੋਵੇ ਜਾਂ ਰੋਂਦਾ ਹੋਵੇ, ਉਹ ਇਨਸਾਨ ਕੋਲੋਂ ਹੱਸ ਕੇ ਲੰਘ ਜਾਂਦਾ ਜਿਹੜਾ ਰੱਜ ਕੇ ਰੋਟੀ ਖਾਂਦਾ, ਪਰ ਉਸ ਦੀ ਆਵਾਜ਼ ਨਹੀਂ ਸੁਣਦਾ, ਉਹਦੇ ਅੱਥਰੂ ਨਹੀਂ ਵੇਖਦਾ, ਉਸ ਨੂੰ ਜਾਣੇ ਜਾਂ ਨਾ ਜਾਣੇ ਵੀ ਇਹ ਕੌਣ ਆ, ਕਿੱਥੋਂ ਦਾ ਬੰਦਾ। ਸਾਨੂੰ ਇੱਕ ਇਨਸਾਨ ਹੋਣ ਦੇ ਨਾਤੇ, ਪਰਮੇਸ਼ਵਰ ਦੇ ਲੋਕ ਹੋਣ ਦੇ ਨਾਤੇ, ਮਨੁੱਖ ਹੋਣ ਦੇ ਨਾਤੇ, ਜੇ ਕੋਈ ਜਾਣੇ ਡਿੱਗਾ ਥੋੜ੍ਹਿਆ ਠੰਡ ਵਿੱਚ, ਭੁੱਖ ਵਿੱਚ, ਧੁੱਪ ਵਿੱਚ, ਤਾਂ ਅਸੀਂ ਕੋਲੋਂ ਦੀ ਲੰਘ ਰਿਹਾ ਤੇ ਸਾਨੂੰ ਦੇਖਣਾ ਚਾਹੀਦਾ ਵੀ ਇਸ ਨੂੰ ਉਠਾਉਣ ਵਾਲਾ ਕੋਈ ਨਹੀਂ ਹੈ। ਜੇਕਰ ਤੁਸੀਂ ਤੇ ਮੈਂ ਉਸ ਨੂੰ ਉਠਾਉਣ ਲਈ ਸਹਿਮਤ ਹੋ ਜਾਣੇ ਆਪਣੀ ਆਤਮਾ ਦੇ ਨਾਲ, ਪ੍ਰਭੂ ਦੀ ਕਿਰਪਾ ਨਾਲ, ਤਾਂ ਜਾਣੋ ਕਿ ਲੋਕ ਜਿਹੜੇ ਦੇਖਣਗੇ ਉਹ ਤੁਹਾਡੇ ਅੰਦਰ ਪ੍ਰਭੂ ਨੂੰ ਵੇਖਣਗੇ ਵੀ ਇਹ ਸੱਚਮੁੱਚ ਪਰਮੇਸ਼ਵਰ ਦੇ ਲੋਕ ਆ ਅਤੇ ਇਹਨਾਂ ਨੇ ਬੇਸਹਾਰੇ ਦੀ ਮਦਦ ਕੀਤੀ ਤੇ ਅਥਰੂ ਪੋਚੇ ਨੇ। ਸੋ ਮੇਰੇ ਜੀਜੋ, ਸਾਨੂੰ ਇਹਨਾਂ ਵਚਨਾਂ ਨੂੰ ਸਮਝ ਕੇ ਇੱਕ ਸਬਕ ਲੈਣਾ ਜ਼ਰੂਰੀ ਆ। ਕੋਈ ਕਿਸੇ ਨੂੰ ਸਤਾਉਂਦਾ ਤੇ ਦਿਲਾਸਾ ਦੇਣ ਲਈ ਉਸ ਨੂੰ ਆਪਣੇ ਆਪ ਨੂੰ ਤਿਆਰ ਕਰੋ। ਦੂਜਾ ਸਤਾ ਰਿਹਾ, ਸਾਡੀ ਡਿਊਟੀ ਆ ਕਿ ਅਸੀਂ ਉਹਨੂੰ ਦਿਲਾਸਾ ਦੇਣ ਲਈ, ਹੌਸਲਾ ਦੇਣ ਲਈ ਨੇੜੇ ਆਈਏ। ਹਾਲੇਲੂਇਆ, ਹਾਲੇਲੂਇਆ। ਅਤੇ ਉਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ। ਹਾਲੇਲੂਇਆ। ਕੋਈ ਭਲਾ ਕਰਨ ਵਾਲਾ ਨਹੀਂ ਸੀ ਜੀ, ਪਰ ਉਹਨਾਂ ਦੇ ਉੱਤੇ ਹੋਰ ਤਸ਼ੱਦਦ ਕਰਨ ਵਾਲੇ, ਹੋਰ ਸਜ਼ਾ ਦੇਣ ਵਾਲੇ, ਹੋਰ ਤੰਗ ਕਰਨ ਵਾਲੇ ਸ਼ਕਤੀਸ਼ਾਲੀ ਆਦਮੀ ਸੀ। ਅੱਜ ਕੱਲ੍ਹ ਦੇ ਵਕਤ 'ਚ ਬਹੁਤ ਸਾਰੇ ਘੱਟ ਲੋਕ ਨੇ ਜਿਹੜੇ ਤਰਸ ਕਰਦੇ ਆ। ਕਿਉਂਕਿ ਮੈਨੂੰ ਤਾਂ ਪਤਾ ਆ, ਮੈਂ ਆਪਣੀ ਜ਼ਿੰਦਗੀ 'ਚ ਛੋਟੀ ਉਮਰ ਦੇ ਵਿੱਚ ਪਹਿਲਾਂ ਪੁਰਾਣੇ ਬਜ਼ੁਰਗਾਂ ਨੂੰ ਬਹੁਤ ਚੰਗੇ ਕੰਮ ਕਰਦੇ ਵੇਖਿਆ। ਅੱਜ ਕੱਲ੍ਹ ਤਾਂ ਜਿਹੜਾ ਰੋਟੀ ਖਾਣ ਲੱਗ ਜਾਂਦਾ, ਕਿਸੇ ਖੇਤੀਬਾੜੀ ਦੇ 'ਚ ਵੱਧ ਜਾਂਦਾ, ਬਿਜ਼ਨਸ ਵੱਧ ਜਾਂਦਾ, ਡਿਊਟੀ 'ਚ ਵੱਧ ਜਾਂਦਾ, ਜਾਂ ਕਿਸੇ ਹੋਰ ਬਿਜ਼ਨਸ ਵਿੱਚ ਵੱਧ ਜਾਂਦਾ, ਉਹ ਫਿਰ ਕਿਸੇ ਦੀ ਮਦਦ ਕਰਨ ਲਈ ਕੋਸ਼ਿਸ਼ ਨਹੀਂ ਕਰਦਾ, ਉਹਨੂੰ ਸਿਰਫ ਆਪਣਾ ਆਪ ਦਿਸਦਾ ਆ। ਹਾਲੇਲੂਇਆ। ਤਾਂ ਕਮਜ਼ੋਰ ਨੂੰ ਲਤਾੜਨ ਵਾਲੇ ਬਹੁਤ ਨੇ, ਪਰ ਉਸ ਨੂੰ ਉਠਾਉਣ ਵਾਲਾ ਕੋਈ ਨਹੀਂ। ਦੇਖਿਆ, ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ। ਹਾਲੇਲੂਇਆ। ਉਹਨਾਂ ਵਾਸਤੇ ਪ੍ਰਾਰਥਨਾਵਾਂ ਕਰਨੀਆਂ ਸੀ ਜਿਹੜੇ ਅੱਜ ਦੁੱਖਾਂ ਮੁਸੀਬਤਾਂ ਵਿੱਚ ਨੇ, ਚਾਹੇ ਆਪਣੇ ਰਿਸ਼ਤੇਦਾਰ ਹੋਣ, ਚਾਹੇ ਆਮ ਲਿਆਜੀ ਹੋਣ, ਮਹੱਲੇ ਵਿੱਚ ਹੋਣ, ਪਿੰਡਾਂ ਵਿੱਚ ਹੋਣ, ਜਿੱਥੋਂ ਤੁਹਾਨੂੰ ਸੁਣਦਾ, ਤੁਹਾਡਾ ਕੰਨ ਆਵਾਜ਼ ਸੁਣਦਾ, ਉਹਨਾਂ ਵਾਸਤੇ ਪ੍ਰਾਰਥਨਾ ਜ਼ਰੂਰ ਕਰੋ। ਪ੍ਰਭੂ, ਜਿਵੇਂ ਸਾਡੇ ਅੰਜੂ ਪੋਚੇ ਆ, ਜਿਵੇਂ ਸਾਡੇ ਅਥਰੂ ਪੋਚੇ ਆ, ਸਾਨੂੰ ਸੁੱਖ ਦੀ ਰੋਟੀ ਦਿੱਤੀ, ਇੱਜ਼ਤ ਦਿੱਤੀ ਆ, ਹੇ ਪ੍ਰਭੂ, ਫਲਾਣੇ ਥਾਂ 'ਤੇ ਵੀ ਇਸ ਤਰ੍ਹਾਂ ਦੇ ਲੋਕ ਨੇ, ਉਹ ਸਾਡੇ ਹੀ ਭੈਣ ਭਰਾ ਨੇ, ਉਹਨਾਂ 'ਤੇ ਵੀ ਦਇਆ ਦ੍ਰਿਸ਼ਟੀ ਕਰੋ। ਉਹਨਾਂ ਦੇ ਅਥਰੂ ਤੁਸੀਂ ਪੋਚ ਸਕਦੇ ਹੋ। ਪਰਮੇਸ਼ਵਰ ਕੋ ਮਨੁੱਖ ਨੂੰ ਖੜਾ ਕਰ ਦਿੰਦਾ ਤੇ ਉਹਨਾਂ ਦੇ ਅਥਰੂ ਪੋਚੇ ਜਾਂਦੇ ਨੇ। ਤਾਂ ਹਰ ਜ਼ਰੂਰਤ, ਮੈਂ ਨਹੀਂ ਕਹਿੰਦਾ ਕਿ ਉਹ 5 ਮਿੰਟਾਂ 'ਚ, 2 ਦਿਨਾਂ 'ਚ, ਮਹੀਨਿਆਂ 'ਚ, 4 ਮਹੀਨਿਆਂ, 6 ਮਹੀਨਿਆਂ 'ਚ ਪੂਰੀ ਹੋ ਜੂ, ਮੈਂ ਇਹ ਨਹੀਂ ਗੱਲ ਕਹਿ ਰਿਹਾ। ਮੈਂ ਕਹਿਣਾ ਕਿ ਪਰਮੇਸ਼ਵਰ ਤਰਸਵਾਨ ਆ, ਉਹ
ਸਾਲ ਬਾਅਦ ਵੀ ਜਦੋਂ ਤੁਸੀਂ ਪ੍ਰੇਅਰ ਕਰੋਗੇ, ਸਾਲ ਬਾਅਦ, 2 ਸਾਲਾਂ ਬਾਅਦ, 3 ਸਾਲਾਂ ਬਾਅਦ, 4 ਸਾਲਾਂ ਬਾਅਦ ਵੀ, 5 ਸਾਲਾਂ ਬਾਅਦ, ਕਿਸ ਵਕਤ ਪਰਮੇਸ਼ਰ ਕਿਸੇ ਨੂੰ ਅਗਵਾਈ ਕਰੇ, ਉਹਨੂੰ ਖੜਾ ਕਰ ਦੇਵੇ ਤੁਹਾਡੀ ਮਦਦ ਵਾਸਤੇ, ਤੇ ਤੁਹਾਡੀਆਂ ਲੋੜਾਂ ਪੂਰੀਆਂ ਹੋ ਜਾਣ। ਮਿੰਟਾਂ ਘੰਟਿਆਂ ਦਾ ਇੰਤਜ਼ਾਰ ਨਾ ਕਰੋ। ਤੁਸੀਂ ਇੱਕ ਵਾਰੀ ਪ੍ਰਭੂ ਤੇ ਨੇਚਾ ਕਰ ਲਈ ਆ, ਇੱਕ ਵਾਰ ਤੁਸੀਂ ਪ੍ਰੇਅਰ ਕਰ ਲਈ ਆ, ਅਕਸਰ ਤੁਸੀਂ ਡੇਲੀ ਮੰਗਦੇ ਜੇ ਪਰਮੇਸ਼ਰ ਤੋਂ। ਜਿਹੜੀ ਪਹਿਲ ਦੇ ਦਿਨ ਤੁਸੀਂ ਪ੍ਰੇਅਰ ਕਰ ਲਈ ਨਾ, ਸੱਚ ਜਾਣੋ, ਟੁੱਟੇ ਦਿਲ ਨਾਲ, ਨਮਰ ਦਿਲ ਦੇ ਨਾਲ ਤੁਸੀਂ ਪ੍ਰੇਅਰ ਕਰ ਲਈ ਆ, ਤਾਂ ਉਹ ਪਰਮੇਸ਼ਵਰ ਨੇ ਤੁਹਾਡੀ ਸੁਣ ਲਈ ਆ। ਉਹਦਾ ਵਕਤ ਲਿਖ ਲਿਆ ਵੀ ਕਿਸ ਟਾਈਮ ਤੁਹਾਡੇ ਤੇ ਕਿਰਪਾ ਕਰਨੀ ਆ, ਤੁਹਾਡੇ ਦੁੱਖਾਂ ਨੂੰ ਦੂਰ ਕਰਨਾ, ਤੁਹਾਡੇ ਕੰਮਾਂ 'ਚ ਸਫਲਤਾ ਦੇਣੀ, ਤੁਹਾਡਾ ਘਰ ਬਣਨਾ ਆ, ਤੁਹਾਡੇ ਨੂੰਹ ਨੂੰ ਬੇਟਾ ਦੇਣਾ ਆ, ਤੁਹਾਡੀ ਧੀ ਨੂੰ ਬੇਟਾ ਦੇਣਾ ਆ, ਉਹਨੂੰ ਲੜਕੀ ਦੀ ਲੋੜ ਆ, ਉਹਨੂੰ ਰੋਟੀ ਦੀ ਅੱਛੀ ਲੋੜ ਆ, ਉਹਨੂੰ ਇੱਜ਼ਤ ਦੀ ਲੋੜ ਆ। ਪਰਮੇਸ਼ਵਰ ਸਾਰੇ ਵਕਤ ਜਾਣਦਾ ਆ ਅਤੇ ਉਹ ਪੂਰੀਆਂ ਕਰਨ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਕਿਉਂਕਿ ਜੇ ਅਸੀਂ ਬੇਟੀਆਂ ਲਿਆਉਂਦੇ ਆ ਤਾਂ ਸਾਨੂੰ ਉਹਨਾਂ ਤੋਂ ਵੀ ਆਸ ਹੁੰਦੀ ਵੀ ਇਹਨਾਂ ਨੂੰ ਬੇਟਾ ਤੇ ਬੇਟੀ ਪੈਦਾ ਹੋਵੇ। ਜੇ ਆਪਣੀ ਲੜਕੀ ਦੀ ਮੈਰਿਜ ਕਰਦੇ ਤਾਂ ਵੀ ਸਾਨੂੰ ਆਸ ਹੁੰਦੀ ਆ ਕਿ ਸਾਡੀ ਜਿਹੜੀ ਲੜਕੀ ਦੀ ਮੈਰਿਜ ਕੀਤੀ ਉਹਨੂੰ ਬੇਟਾ ਤੇ ਬੇਟੀ ਵੀ ਪੈਦਾ ਹੋਵੇ, ਕਿਉਂਕਿ ਬੇਟੀਆਂ ਬਿਨਾਂ ਵੀ ਘਰ ਸੁੰਨੇ ਆ। ਬੇਟੀ ਬਿਨਾਂ ਘਰ ਨਹੀਂ ਸੁੰਦਰ ਬਣਦਾ ਕਦੇ। ਹਾਲੇਲੂਇਆ। ਤਾਂ ਬੇਟੇ ਬਿਨਾਂ ਵੀ ਕਿਸੇ ਬਿਨਾਂ ਨਹੀਂ ਸਰਦਾ। ਹਾਲੇਲੂਇਆ। ਤਾਂ ਇਸ ਕਰਕੇ ਮੇਰੇ ਜੀਜੋ, ਇਹ ਸਾਰੇ ਦੁੱਖ ਜਿਹੜੇ ਧਰਤੀ ਤੇ ਸਨ, ਉਹ ਰਾਜਾ ਉਪਦੇਸ਼ਕ ਖੁਦਾ ਦਾ ਦਾਸ ਦੇਖਦਾ ਆ। ਸਾਡਾ ਜੇ ਮਨ ਬਦਲਦਾ ਆ ਤਾਂ ਬੰਦਗੀ ਕਰਦੇ ਅਸੀਂ। ਜੇ ਸਾਡਾ ਮਨ ਤੇ ਸੋਚ ਨਹੀਂ ਬਦਲਦੀ, ਪ੍ਰੈਕਟੀਕਲ ਨਹੀਂ ਅਸੀਂ ਪ੍ਰਭੂ ਦੇ ਬਚਨ ਨੂੰ ਪੂਰਾ ਕਰਦੇ, ਤਾਂ ਫਿਰ ਇਨਸਾਨ ਬੰਦਗੀ ਕਰਦਾ ਹੀ ਨਹੀਂ ਹੈ। ਹਾਲੇਲੂਇਆ। ਖਾਣਾ ਬਣਾ ਕੇ ਤੁਸੀਂ ਸਰਪੋਸ ਵਿੱਚ ਰੱਖ ਦਿੰਦੇ ਹੋ ਨਾ, ਰੋਟੀ ਬਣਾ ਕੇ, ਤਾਂ ਜੇਕਰ ਖਾਧੀ ਨਹੀਂ, ਆਨੰਦ ਨਹੀਂ ਮਾਣਿਆ, ਤੁਹਾਡਾ ਸਰਪੋਸ ਵੀ ਬੇਕਾਰ ਆ ਤੇ ਖਾਣਾ ਵਿੱਚ ਬਣਾ ਕੇ ਰੱਖਣਾ ਵੀ ਬੇਕਾਰ ਆ। ਹਾਲੇਲੂਇਆ। ਹੱਥ ਖੜਾ ਕਰੋ ਸਰਪੋਸ ਦਾ, ਕਿਹਨੂੰ ਕਿਹਨੂੰ ਪਤਾ? ਸ਼ਾਬਾਸ਼। ਬਾਕੀ ਕੋਲੀਆਂ ਪਲੇਟਾਂ ਵਾਲੇ ਆ। ਹਾਲੇਲੂਇਆ। ਹਾਲੇਲੂਇਆ। ਸਰਪੋਸ ਪਵਿੱਤਰ ਬਾਈਬਲ ਦੇ ਅੰਦਰ ਲਿਖਿਆ ਸ਼ਬਦ ਅਤੇ ਬਹੁਤ ਆਦਰਯੋਗ ਬਰਤਨ ਆ ਉਹ, ਪਰ ਉਹ ਲੱਕੜ ਦਾ ਨਹੀਂ, ਕੱਪੜੇ ਦਾ ਨਹੀਂ। ਹਾਲੇਲੂਇਆ। ਲੋਹੇ ਦਾ ਨਹੀਂ, ਉਹ ਤੀਲਾਂ ਕਾਨਿਆਂ ਦੇ ਬਣਦੇ ਆ। ਹਾਲੇਲੂਇਆ। ਤੇ ਰੋਟੀ ਰੱਖਣ ਦਾ ਮਜ਼ਾ ਵੀ ਉਹਦੇ 'ਚ ਆਉਂਦਾ ਤੇ ਚੱਕਣ ਦਾ ਵੀ। ਘਰ ਦੇ ਵਿੱਚ ਪਹਿਲਾਂ ਔਰਤਾਂ ਕਹਿੰਦੀਆਂ ਹੁੰਦੀਆਂ ਸੀ ਵੀ ਜਿਹਦੇ ਘਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ, ਉਹ ਘਰ ਕਾਹਦਾ ਆ, ਆਦਰ ਨਹੀਂ ਹੁੰਦਾ ਸੀ। ਹਾਲੇਲੂਇਆ। ਤਾਂ ਸਾਡੀਆਂ ਪ੍ਰਾਰਥਨਾ ਵੀ ਜਿਹੜੀਆਂ ਨੇ ਉਹ ਸਰਪੋਸ ਵਿੱਚ ਜਾਂਦੀਆਂ ਨੇ। ਹਾਲੇਲੂਇਆ। ਪਰਮੇਸ਼ਵਰ ਦੇ ਘਰ ਦੇ ਵਿੱਚ ਸਰਪੋਸ ਪਿਆ ਆ, ਸਾਡੀਆਂ ਪ੍ਰਾਰਥਨਾਵਾਂ ਉੱਥੇ ਜਾਂਦੀਆਂ। ਸੋ ਪ੍ਰਭੂ ਦਾ ਦਾਸ ਦੁਖੀ ਹਿਰਦੇ ਨਾਲ ਇਹ ਸਾਰੇ ਸ਼ਬਦ ਕਹਿੰਦਾ ਆ। 2 ਵਚਨ 'ਚ ਪੜਾਂਗੇ ਅਸੀਂ ਅੱਜ। ਥੋੜਾ ਅਸੀਂ ਜਲਦੀ ਸਮਾਪਤੀ ਕਰਾਂਗੇ। ਅਸੀਂ ਬਠਿੰਡੇ ਪ੍ਰੇਅਰ ਮੀਟਿੰਗ ਵਾਸਤੇ ਜਾਣਾ ਆ। ਪ੍ਰਭੂ ਦਾ ਦਾਸ, ਸੋ ਮੈਂ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ, ਉਹਨਾਂ ਜਿਉਂਦਿਆਂ ਨਾਲੋਂ ਹੁਣ ਉਹਨਾਂ ਜਿਉਂਦਿਆਂ ਨਾਲੋਂ ਜੋ ਹੁਣ ਜਿਉਂਦੇ ਹਨ ਵਧਾਈ ਦਿੱਤੀ। ਹਾਲੇਲੂਇਆ। 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 ਪ੍ਰਭੂ ਯਿਸੂ ਮਸੀਹ ਕੀ। ਪ੍ਰਭੂ ਦਾ ਦਾਸ ਕਿੰਨੇ ਪਿਆਰ ਨਾਲ ਸਾਨੂੰ ਦੱਸਦਾ, ਸੋ ਮੈਂ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ,
ਉਹਨਾਂ ਜਿਉਂਦਿਆਂ ਨਾਲੋਂ ਜੋ ਹੁਣ ਜਿਉਂਦੇ ਹਨ ਵਧਾਈ ਦਿੱਤੀ। ਹਾਲੇਲੂਇਆ। ਜਿਹੜੇ ਪਹਿਲਾਂ ਮਰ ਗਏ ਸਨ, ਪ੍ਰਭੂ ਦਾ ਦਾਸ ਕਹਿੰਦਾ ਮੈਂ ਉਹਨਾਂ ਨੂੰ ਵਧਾਈ ਦਿੱਤੀ। ਜਿਹੜੇ ਅੱਜ ਜਿਉਂਦੇ ਨੇ ਇਹਨਾਂ ਨਾਲੋਂ ਜ਼ਿਆਦਾ ਉਹਨਾਂ ਨੂੰ ਮਰੇ ਹੋਇਆਂ ਨੂੰ ਆਦਰਯੋਗ ਜਾਣਿਆ। ਹਾਲੇਲੂਇਆ। ਜਿਹੜੇ ਪਹਿਲਾਂ ਮਰ ਚੁੱਕੇ ਨੇ ਉਹਨਾਂ ਨੂੰ ਕਿਉਂ ਆਦਰਯੋਗ ਜਾਣਿਆ, ਉਹਨਾਂ ਨੂੰ ਕਿਉਂ ਵਧਾਈ ਦਿੱਤੀ। ਅੱਜ ਜਿਹੜੇ ਜਿਉਂਦੇ ਨੇ ਇਹਨਾਂ ਨੂੰ ਕਿਉਂ ਪਿੱਛੇ ਛੱਡ ਦਿੱਤਾ। ਹਾਲੇਲੂਇਆ। ਸੋ ਮੇਰੇ ਜੀਜੋ, ਇਹ ਕਿਉਂ ਛੱਡੇ ਗਏ? ਜਿਹੜੇ ਅੱਜ ਜਿਉਂਦੇ ਨੇ, ਪ੍ਰਭੂ ਦਾ ਦਾਸ ਕਹਿੰਦਾ ਮੈਂ ਇਹਨਾਂ ਨੂੰ ਵਧਾਈ ਨਹੀਂ ਦਿੱਤੀ, ਜਿਹੜੇ ਪਹਿਲਾਂ ਮਰ ਗਏ ਸੀ ਉਹਨਾਂ ਨੂੰ ਵਧਾਈ ਦਿੱਤੀ ਆ। ਤਾਂ ਵਧਾਈ ਦੇਣ ਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਸਰੀਰ ਦੇ ਵਿੱਚ ਮਰ ਚੁੱਕੇ ਨੇ ਤੇ ਉਹ ਦੁਬਾਰਾ ਸਰੀਰ ਵਿੱਚ ਆਉਣਗੇ ਨਹੀਂ ਨਿਆਂ ਤੋਂ ਪਹਿਲਾਂ, ਤੇ ਉਹਨਾਂ ਦੇ ਕੋਲੋਂ ਪਾਪ ਹੋਣਾ ਹੀ ਨਹੀਂ। ਜਿਹੜੇ ਬੰਦਗੀ ਕਰਦੇ ਗਏ ਨੇ, ਜਿਹੜੇ ਭਗਤੀ ਕਰਦੇ ਗਏ ਨੇ, ਜਿਸ ਹਾਲਾਤ ਵਿੱਚ ਗਏ ਨੇ, ਜੋ ਕੁਛ ਨਾ ਆਪਣੇ ਸਰੀਰ 'ਚ ਹੁੰਦਿਆਂ ਕਰ ਲਿਆ ਉਹ ਤਾਂ ਉਹਨਾਂ ਨੇ ਕਰ ਲਿਆ, ਪਰ ਹੁਣ ਉਹ ਧਰਤੀ ਤੇ ਉਸ ਤੋਂ ਪਹਿਲਾਂ ਵਾਪਸ ਆਉਣੇ ਨਹੀਂ ਤੇ ਉਹਨਾਂ ਨੇ ਗੁਨਾਹ ਕੋਈ ਕਰਨਾ ਨਹੀਂ। ਉਹ ਵਧਾਈ ਦੇ ਪਾਤਰ ਇਸ ਕਰਕੇ ਨੇ ਜਿਹੜੇ ਪਹਿਲਾਂ ਮਰ ਚੁੱਕੇ ਨੇ, ਤੇ ਜਿਹੜੇ ਅੱਜ ਜਿਉਂਦੇ ਨੇ, ਅੱਜ ਵਾਲੇ ਲੋਕ, ਇਹਨਾਂ ਨੂੰ ਵਿਚਾਲੇ ਛੱਡ ਦਿੱਤਾ। ਇੱਕ ਹੁਣ ਅੱਜ ਜਿਹੜੇ ਜਿਉਂਦੇ ਸੁਰਗਦੂਤ ਨੇ ਉਸ ਸਮੇਂ ਲਿਖਿਆ ਸੀ, ਉਹਦੇ ਨਾਲੋਂ ਟੀਮ ਇੱਕ ਹੋਰ ਆਦਰਯੋਗ ਆ। ਹਾਲੇਲੂਇਆ। ਤਾਂ ਜਿਹੜੇ ਜਿਉਂਦੇ ਨੇ ਇਹ ਫੇਰ ਵਿਚਾਲੇ ਰਹਿ ਗਏ। ਹੋਰ ਜਿਹੜੀ ਟੀਮ ਆਦਰਯੋਗ ਆ ਇਹਨਾਂ ਮਰਿਆਂ ਨਾਲੋਂ, ਜਿਹਨਾਂ ਨੂੰ ਵਧਾਈ ਦਿੱਤੀ ਗਈ ਪਰਮੇਸ਼ਵਰ ਦੇ ਦਾਸ ਦੇ ਵੱਲੋਂ, ਪਰ ਦੋਹਾਂ ਨਾਲੋਂ ਬਾਗਵਾਨ ਉਹ ਹੈ ਜੋ ਅਜੇ ਹੋਇਆ ਹੀ ਨਹੀਂ। ਹਾਲੇਲੂਇਆ। ਆ ਗਈ ਨਾ ਜੀ ਤੀਸਰੀ ਟੀਮ, ਜਿਹੜੇ ਅਜੇ ਜਨਮ ਲੈ ਹੀ ਨਹੀਂ ਪਾਏ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਧਰਤੀ ਤੇ ਭੇਜਿਆ ਹੀ ਨਹੀਂ, ਜਿਹੜੇ ਆਪਣੀ ਮਾਂ ਦੀ ਕੁੱਖ ਵਿੱਚ ਨੇ ਅਤੇ ਉਹਨਾਂ ਨੇ ਇਸ ਧਰਤੀ ਦਾ ਰੋਸ਼ਨੀ ਤੇ ਨਜ਼ਾਰਾ ਵੇਖਿਆ ਹੀ ਨਹੀਂ ਗਾ। ਜਦੋਂ ਬੱਚਾ ਜਨਮ ਲੈਂਦਾ ਨਾ, ਆਪਾਂ ਕਹਿੰਦੇ ਹਾਂ ਉਹਦੇ ਮਾਰਦੇ, ਥੱਪੜ ਮਾਰਦੇ, ਕਦੇ ਇੱਧਰ ਕਦੇ ਇੱਧਰ, ਕਦੇ ਇੱਧਰ ਕਦੇ ਇੱਧਰ, ਕਦੇ ਢਿੱਡ ਤੇ ਕਦੇ ਢੂਈ ਤੇ ਮਾਰਦੇ ਆ, ਤੇ ਸ਼ਾਇਦ ਉਹਨੂੰ ਗੁੱਸਾ ਆਉਂਦਾ ਹੋਵੇ ਵੀ ਜੇ ਮੈਂ ਠੋਕਾਂ ਤਾਂ ਫੇਰ। ਹਾਲੇਲੂਇਆ। ਚਾਹੇ ਦਾਈ ਹੋਵੇ ਤੇ ਚਾਹੇ ਡਾਕਟਰ ਨਹੀਂ ਹੋਵੇ, ਤੇ ਚਾਹੇ ਬੱਚੇ ਦੀ ਦਾਦੀ ਜਾਂ ਨਾਨੀ ਹੋਵੇ, ਹੁਣ ਉਹਨਾਂ ਨੂੰ ਉਸ ਬੱਚੇ ਦੀ ਕੰਪੈਸਿਟੀ ਦਾ ਨਹੀਂ ਪਤਾ, ਉਹਦੇ ਧਰਤੀ ਨੂੰ ਤੇ ਤੁਹਾਨੂੰ ਤੇ ਮੈਨੂੰ ਜਿੱਥੇ ਉਹ ਪਿਆ ਉਹਦੇ ਵੇਖਣ ਦਾ ਸਮਾਂ, ਵੀ ਉਹ ਕਿੰਨੇ ਸਮੇਂ ਬਾਅਦ ਆਪਣੀ ਅੱਖ ਖੋਲੂਗਾ, ਕਿੰਨੇ ਸਮੇਂ ਬਾਅਦ ਉਹ ਲੱਤ ਹਿਲਾਊਗਾ, ਕਿੰਨੇ ਸਮੇਂ ਬਾਅਦ ਉਹ ਮੂੰਹ ਟੱਡੂਗਾ, ਕਿੰਨੇ ਸਮੇਂ ਬਾਅਦ ਉਹ ਕੀ ਕਰੂਗਾ, ਕੀ ਰੋਵੇਗਾ ਜਾਂ ਹੱਸੇਗਾ। ਆਪਾਂ ਨੂੰ ਉਸ ਦੇ ਬਾਡੀ ਦੇ ਹੋਲਡ ਦਾ ਪਤਾ ਨਹੀਂ ਕਿ ਕਿੰਨਾ ਚਿਰ ਉਸਨੇ ਆਪਣੇ ਹੋਲਡ ਵਿੱਚ ਬਾਡੀ ਨੂੰ ਰੱਖਣਾ ਆ, ਉਹਦੇ ਆਤਮਾ ਨੂੰ ਆਪਾਂ ਨਹੀਂ ਜਾਣ ਸਕਦੇ। ਆਪਾਂ ਤਾਂ ਸਿਰਫ ਜਿੰਨੇ ਮਰਜ਼ੀ ਪੜ੍ਹੇ ਲਿਖੇ ਉਹਨੂੰ ਛਿੱਤਰ ਮਾਰਨ ਲੱਗ ਪੈਂਦੇ, ਛੇਤੀ ਬੋਲ ਛੇਤੀ ਬੋਲ। ਹਾਲੇਲੂਇਆ। ਪਰ ਉਸ ਜਿਉਂਦੀ ਦੁਨੀਆ ਤੋਂ ਉਹ ਬਾਹਰ ਆਇਆ ਹੁੰਦਾ, ਜੇ ਕਿਤੇ ਜਿਉਂਦੀ ਦੁਨੀਆ 'ਚ ਹੁੰਦੇ ਤੁਹਾਨੂੰ ਵੀ ਡਾਂਗ ਫੇਰੇ। ਹਾਲੇਲੂਇਆ। ਕਿਉਂਕਿ ਉਹਨੂੰ ਵਿਚਾਰੇ ਨਿੱਕੇ ਜਿਹੇ ਨੂੰ ਕੁੱਟਣ ਲੱਗ ਪੈਂਦੀਆਂ ਨੇ ਭੈਣਾਂ।
हालेलुया। ਜਿਹੜਾ ਬੱਚਾ ਆਪਣੀ ਮਾਂ ਦੇ ਪੇਟ ਵਿੱਚ ਆ ਉਹ ਸਭ ਤੋਂ ਆਦਰਯੋਗ ਆ, ਕਿਉਂਕਿ ਉਹਨੇ ਅਜੇ ਧਰਤੀ ਦਾ ਨਜ਼ਾਰਾ ਵੇਖਿਆ ਹੀ ਨਹੀਂ। ਉਹ ਆਦਰਯੋਗ ਆ ਜਿਹਨੂੰ ਅਜੇ ਪਰਮੇਸ਼ਵਰ ਨੇ ਉਤੋਂ ਭੇਜਿਆ ਹੀ ਨਹੀਂ ਹੈ। ਤਾਂ ਨੁਕਸਾਨਦੇਹੀ ਲਈ ਉਹ ਲੋਕ ਨੇ ਜਿਹੜੇ ਸਰੀਰ 'ਚ ਜਿਉਂਦੇ ਆ, ਪਤਾ ਨਹੀਂ ਇਹਨਾਂ ਨੇ ਕਦੋਂ ਪਾਪ ਕਰ ਲੈਣਾ, ਕਦੋਂ ਕਿਸੇ ਨੇ ਗਲਤ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੇਣੀਆਂ, ਪੀਣੀਆਂ ਸ਼ੁਰੂ ਕਰ ਦੇਣੀਆਂ, ਲੜਾਈ ਕਰਨੀ ਸ਼ੁਰੂ ਕਰ ਦੇਣੀਆਂ, ਚੋਰੀ ਕਰਨੀ ਸ਼ੁਰੂ ਕਰ ਦੇਣੀਆਂ, ਠੱਗੀ ਕਰਨੀ ਸ਼ੁਰੂ ਕਰ ਦੇਣੀਆਂ, ਕੀ ਪਾਪ ਕਰਨੇ ਸ਼ੁਰੂ ਕਰ ਦੇਣੇ ਜਿਹੜੇ ਜਿਉਂਦੇ ਨੇ ਉਹਦੇ ਬਾਰੇ ਸਾਨੂੰ ਕੋਈ ਵੀ ਗਿਆਨ ਨਹੀਂ ਆ। ਉਹਦਾ ਅੰਤਰਾਤਮਾ ਜਾਣਦਾ ਕਿ ਉਹਦੇ ਮਨ 'ਚ ਨਸ਼ਾ ਖਾਣ ਦੀ ਜਾਂ ਪੀਣ ਦੀ ਜਾਂ ਚੋਰੀ ਕਰਨ ਦੀ, ਲੜਾਈ ਕਰਨ ਦੀ ਜਾਂ ਆਪਦੇ ਘਰ ਨੂੰ ਬਰਬਾਦ ਕਰਨ ਦੀ ਸੋਚ ਹੈ। ਆਪਣੇ ਸੰਗਤ 'ਚ ਹੈ ਇੱਕ ਬੰਦਾ, ਉਹ ਅਧੂਰਾ ਆ। ਉਸ ਨੂੰ ਨਾ ਤਾਂ ਆਪਣੇ ਮਾਂ ਪਿਓ ਦੀ, ਨਾ ਘਰ ਵਾਲੀ ਦੀ, ਨਾ ਬੱਚਿਆਂ ਦੀ, ਨਾ ਰਿਸ਼ਤੇਦਾਰਾਂ ਦੀ। ਇੱਕੋ ਹੀ ਗੱਲ ਆ, ਸ਼ਰਾਬ ਪੀਣੀ ਤੇ ਡਾਂਗ ਚੱਕਣੀ ਬਸ। ਇਹੋ ਜਿਹੇ ਮਨੁੱਖ ਜਿਹੜੇ ਨੇ ਬਈ ਦੁਨੀਆ ਦੇ ਵਿੱਚ ਹੈ ਹੀ ਨਹੀਂ। ਡਿਊਟੀ ਕਰਦਾ ਆ, 40-50 ਹਜ਼ਾਰ ਰੁਪਈਆ ਤਨਖਾਹ ਆਉਂਦੀ ਆ, ਸੁੰਦਰ ਘਰ ਆ, ਸੁੰਦਰ ਪਰਿਵਾਰ ਆ, ਪਰ ਉਹਦਾ ਕੀ ਜਿਉਣਾ ਜੇ 10 ਜੀਆਂ ਨੂੰ ਜਿਉਣ ਨਹੀਂ ਦਿੰਦਾ। ਪਰਮੇਸ਼ਵਰ ਨੂੰ ਇਹੋ ਜਿਹੇ ਲੋਕ ਪਸੰਦ ਨਹੀਂ। ਜਿਹੜਾ ਬੰਦਾ ਮਾफ़ी ਮੰਗ ਲਵੇ, ਪ੍ਰਾਰਥਨਾ ਕਰੇ, ਚਰਚ ਆਉਣਾ ਸ਼ੁਰੂ ਹੋ ਜਾਏ ਕਿ ਪ੍ਰਭੂ ਮੈਂ ਗੁਨਾਹ ਕਰ ਬੈਠਾ, ਮੈਨੂੰ ਮਾफ़ ਕਰ ਦੇ, ਮੈਂ ਗੁਨਾਹ ਕਰ ਬੈਠਾ, ਮੈਨੂੰ ਮਾफ़ ਕਰ ਦੇ, ਪ੍ਰਭੂ ਮਾफ़ ਕਰ ਦਿੰਦਾ ਆ। ਤਾਂ ਪਵਿੱਤਰ ਬਾਈਬਲ ਸ਼ੋ ਕਰਦੀ ਆ ਕਿ ਜਿਹੜੇ ਇਹਨਾਂ ਤੋਂ ਪਹਿਲਾਂ ਮਰ ਚੁੱਕੇ ਸੀ, ਜਿਹੜੇ ਅੱਜ ਜਿਉਂਦੇ ਹਨ, ਜਿਉਂਦਿਆਂ ਨਾਲੋਂ ਪਹਿਲਾਂ ਮਰਿਆਂ ਨੂੰ ਪ੍ਰਭੂ ਦਾ ਦਾਸ ਕਹਿੰਦਾ ਮੈਂ ਵਧਾਈ ਦੇ ਪਾਤਰ ਸਮਝਿਆ, ਉਹਨਾਂ ਨੂੰ ਵਧਾਈ ਦਿੱਤੀ। ਅਤੇ ਦੂਸਰੀ ਪਾਰਟੀ ਉਹ ਜਿਨ੍ਹਾਂ ਨੇ ਅਜੇ ਤੱਕ ਜਨਮ ਲਿਆ ਹੀ ਨਹੀਂ, ਉਹ ਆਦਰ ਦੇ ਯੋਗ ਤੇ ਵਧਾਈ ਦੇ ਪਾਤਰ ਹਨ। ਹਾਲੇਲੂਇਆ। ਜਿਨ੍ਹਾਂ ਨੇ ਪਾਪ ਭਰੀ ਧਰਤੀ ਤੇ ਦੁਨੀਆ ਦੇ ਵਿੱਚ ਕਦਮ ਰੱਖ ਲਿਆ, ਠੀਕ ਆ ਨਾ ਜੀ, ਕਦਮ ਰੱਖ ਲਿਆ ਜਿਨ੍ਹਾਂ ਨੇ, ਉਹ ਤਾਂ ਵਿਚਾਰੇ ਕੋਈ ਭਲੇ 'ਚ, ਕੋਈ ਬੁਰੇ 'ਚ, ਕੋਈ ਭਲੇ, ਕੋਈ ਬੁਰੇ 'ਚ ਚੱਲ ਪਏ। ਹਾਲੇਲੂਇਆ। ਸੋ ਇਸ ਕਰਕੇ ਅਸੀਂ ਪਰਮੇਸ਼ਵਰ ਦਾ ਹਮੇਸ਼ਾ ਧੰਨਵਾਦ ਕਰਨਾ ਆ, ਆਦਰ ਦੇਣਾ ਅਸੀਂ ਆਪਣੇ ਪਰਮੇਸ਼ਵਰ ਨੂੰ। ਉਹ ਦਿਆਲੂ ਪਰਮੇਸ਼ਵਰ ਆ। ਹਾਲੇਲੂਇਆ। ਉਹ ਦਿਆਲੂ ਪਰਮੇਸ਼ਵਰ ਆ, ਉਹ ਸਾਨੂੰ ਹਮੇਸ਼ਾ ਬਚਾਉਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਵਚਨ ਪੜ੍ਹਦੇ ਹਾਂ, ਜਿਸ ਨੇ ਜਿਹੜਾ ਅਜੇ ਹੋਇਆ ਹੀ ਨਹੀਂ, ਜਿਸ ਨੇ ਅਜੇ ਤੋੜੀ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਡਿੱਠਾ। ਹਾਲੇਲੂਇਆ। ਉਹਨਾਂ ਨੂੰ ਆਦਰਯੋਗ ਸਮਝਿਆ ਜਿਨ੍ਹਾਂ ਨੇ ਧਰਤੀ ਤੇ ਜੇ ਬੁਰਾ ਕੰਮ ਵੇਖਿਆ ਹੀ ਨਹੀਂ, ਜਿਨ੍ਹਾਂ ਨੇ ਜਨਮ ਨਹੀਂ ਲਿਆ ਹੈ। ਇਸ ਦੇ ਪਿੱਛੋਂ ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰਾਗਰੀ ਨੂੰ ਡਿੱਠਾ। ਭਾਈ ਇਹਦਾ ਕਾਰਨ ਮਨੁੱਖ ਦੀ ਆਪਣੀ ਗੁਆਂਢੀ ਦੇ ਨਾਲ ਈਰਖਾ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ। ਹਾਲੇਲੂਇਆ। ਸੋ ਮਿਹਨਤ ਮਜ਼ਦੂਰੀ ਕਰਨ, ਕੰਮ ਧੰਦਾ, ਘਰ ਬਣਾਉਣ ਦਰਮਿਆਨ ਇੱਕ ਭੈੜਾ ਕੰਮ ਇਹ ਹੈ, ਜੇ ਮੈਂ ਮੰਨ ਲਓ ਵੀ ਕਮਰਾ ਪਾਇਆ ਮੈਸਾਂ ਵਾਸਤੇ, ਥੋੜਾ ਸੋਹਣਾ ਪਾ ਲਿਆ
ਤੇ ਗੁਆਂਢੀ ਨੇ ਕਹਿਣਾ ਵੀ ਹਾਏ ਹਾਏ ਇਹਨੇ ਕਮਰਾ ਪਾ ਲਿਆ, ਮੈਂ 2 ਪਾਊਂਗਾ ਜਾਂ ਮੈਂ ਉੱਚਾ ਕਰਕੇ ਪਾਊਂ ਇਹਦੇ ਨਾਲੋਂ। ਈਰਖਾ ਨਾਲ ਪਰਮੇਸ਼ਵਰ ਇਹ ਗੱਲ ਚੰਗੀ ਨਹੀਂ ਸਮਝਦਾ। ਈਰਖਾ ਨਹੀਂ ਕਰਨੀ। ਜਿੰਨੀ ਕਿਸੇ ਦੀ ਕਮਾਈ ਆ, ਜਿੰਨੀ ਕਿਸੇ ਦੀ ਔਕਾਤ ਆ, ਉਹਨੇ ਆਪਣਾ ਘਰ ਬਣਾਉਣਾ ਤੇ ਉਹਨੂੰ ਬਣਾਉਣ ਦੇਣਾ ਚਾਹੀਦਾ। ਤੇ ਸਾਨੂੰ ਈਰਖਾ ਨਹੀਂ ਕਰਨੀ ਚਾਹੀਦੀ ਉਸ ਵਿੱਚ, ਕਿਉਂਕਿ ਉਹ ਦਿਆਲੂ ਪਰਮੇਸ਼ਵਰ ਆ। ਅਸੀਂ ਉਹਦੇ ਅਨੁਸਾਰ ਚੱਲਣਾ। ਅਸੀਂ ਪ੍ਰਭੂ ਨੂੰ ਆਪਣੇ ਮੁਤਾਬਕ ਨਹੀਂ ਚਲਾਉਣਾ, ਅਸੀਂ ਪ੍ਰਭੂ ਦੇ ਅਨੁਸਾਰ ਉਹਦੇ ਬਚਨ ਦੀ ਕਿਰਪਾ ਨਾਲ ਚੱਲਣਾ। ਸਾਨੂੰ ਇਹ ਕਾਨੂੰਨ ਦੀ ਕਿਤਾਬ ਰਾਹ ਸਿਖਾਉਂਦੀ ਹੈ। ਹਾਲੇਲੂਇਆ। ਤਾਂ ਇਹ ਸਭ ਕੁਝ ਉਹ ਇਨਸਾਨ ਕਰਦਾ ਹੈ, ਇਹ ਹਵਾ ਦਾ ਫੱਕਣਾ ਹੈ। 5 ਵਚਨ, ਮੂਰਖ ਆਪਣੇ ਹੱਥ ਉੱਤੇ ਹੱਥ ਧਰਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ। ਹਾਲੇਲੂਇਆ। ਬੇਸਮਝ ਇਨਸਾਨ, ਬਾਈਬਲ ਦੱਸਦੀ ਕਿ ਆਪਣੇ ਹੱਥ ਤੇ ਹੱਥ ਧਰਦਾ ਆ ਤੇ ਉਹ ਆਪਣਾ ਹੀ ਮਾਸ ਖਾਂਦਾ। ਕਿਉਂ ਆਪਣਾ ਮਾਸ ਖਾਂਦਾ? ਹਾਲੇਲੂਇਆ, ਹਾਲੇਲੂਇਆ। ਆਪਾਂ ਜਾਣਦੇ ਹਾਂ ਜਦੋਂ ਇਨਸਾਨ ਜ਼ਿਆਦਾ ਉੱਪਰ ਹੋ ਜਾਂਦਾ, ਆਪਣੀ ਕਮਜ਼ੋਰੀ ਤੋਂ ਉੱਠ ਖੜਦਾ ਆ, ਉਸ ਨੂੰ ਬਾਅਦ ਵਿੱਚ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਨਜ਼ਰ ਨਹੀਂ ਆਉਂਦੀਆਂ। ਉਸ ਨੂੰ ਸਿਰਫ ਉਹ ਯਾਦ ਆਉਂਦਾ ਜੋ ਉੱਚੀ ਸੀਟ ਪ੍ਰਾਪਤ ਕੀਤੀ ਆ। ਹਾਲੇਲੂਇਆ। ਕੁਝ ਇਨਸਾਨ ਸਮਝ ਜਾਂਦੇ ਨੇ, ਉਹ ਅੱਛੀ ਕਿਰਤ ਕਰਕੇ ਤੇ ਅੱਛੀ ਸਿੱਖਿਆ ਖੁਦ ਵੀ ਰੱਖਦੇ ਤੇ ਬੱਚਿਆਂ ਨੂੰ ਵੀ ਦਿੰਦੇ ਨੇ ਤੇ ਸੁੱਖ ਦੀ ਰੋਟੀ ਖਾਂਦੇ ਨੇ, ਤੇ ਕੁਛ ਉਹਨੂੰ ਆਪ ਹੀ ਖਾਣਾ ਸ਼ੁਰੂ ਕਰ ਦਿੰਦੇ ਆ। ਕੁਛ ਆਪ ਹੀ ਖਾਣਾ ਸ਼ੁਰੂ ਕਰ ਦਿੰਦੇ। ਕਮਾਈ ਬਹੁਤ ਆ, ਚੱਕ ਦਿਓ ਫੱਟੇ, ਬਹੁਤ ਆ ਕਮਾਈ, ਚੱਕ ਦਿਓ ਫੱਟੇ। ਤੁਸੀਂ ਭੁੱਖ ਤੋਂ ਰੱਜੇ ਵੇਖਿਆ ਹੋਵੇਗਾ ਲੋਕਾਂ ਨੂੰ, ਤੇ ਜਦੋਂ ਜ਼ਿਆਦਾ ਰੱਜ ਗਿਆ ਤੇ ਰੱਜੇ ਤੋਂ ਫਿਰ ਉਹਨੂੰ ਭੁੱਖ 'ਚ ਖੇਡਦਾ ਵੀ ਵੇਖਿਆ ਹੋਵੇਗਾ। ਕਿਸ ਕਾਰਨ? ਪੀ ਲਓ ਸ਼ਰਾਬਾਂ, ਆਹ ਕੰਮ ਕਰ ਲਓ, ਹੋਰ 10 ਨੂੰ ਪਿਆ ਦਿਓ, ਉਹਨੂੰ ਪਿਆ ਦਿਓ, ਘਰ 'ਚ ਲੜਾਈ ਕਰ ਲਓ, ਘਰ ਦਾ ਕੰਮ ਬੰਦ ਹੋ ਜੇ, ਮੈਂ ਨਹੀਂ ਕੰਮ ਕਰਨਾ, ਮੈਂ ਨਹੀਂ ਕੰਮ ਕਰਨ ਦੇਣਾ, ਪਰਿਵਾਰ ਨੂੰ ਨਖੇੜ ਦੇਣਾ ਤੇ ਜ਼ਿੰਦਗੀ ਬਰਬਾਦ ਕਰ ਦੇਣੀ। ਉਹ ਬੰਦਾ ਮੁੜ ਕੇ ਆਪਣੇ ਆਪ ਨੂੰ ਖਾਈ ਜਾਂਦਾ, ਪਰਿਵਾਰ ਨੂੰ ਬਰਬਾਦ ਕਰੀ ਜਾਂਦਾ। ਕਮਾਇਆ ਸੀ, ਉਹਨੂੰ ਖਾ ਲਿਆ, ਅੱਗੇ ਪਰਿਵਾਰ 'ਚ ਲੜਾਈ ਪੈ ਗਈ, ਪਰਿਵਾਰ ਨੂੰ ਕਮਾਉਣ ਨਹੀਂ ਦਿੰਦਾ, ਸਭ ਕੁਝ ਖਾ ਗਿਆ, ਆਪਣਾ ਹੀ ਖਾ ਗਿਆ ਸਾਰਾ ਕੁਝ। ਹਾਲੇਲੂਇਆ, ਹਾਲੇਲੂਇਆ। 2 ਮੁੱਠੀ ਭਰ ਨਾਲੋਂ ਜਿਹਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ, ਸੁੱਖ ਦਾ 1 ਮੁੱਠੀ ਭਰ ਚੰਗਾ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂ ਮੇਰੇ ਭੈਣੋ ਭਰਾਵੋ, ਭੈਣਾਂ ਵੀ, ਕਈ ਬੱਚੇ ਵੀ, ਕੁੜੀਆਂ ਮੁੰਡੇ ਪੜ੍ਹੇ ਲਿਖੇ, ਜੇ ਸੰਕਟ ਹੋਵੇ ਮਾਂ ਪਿਓ ਦੇ ਉੱਤੇ ਤਾਂ ਚੰਗੇ ਸਮਝਦਾਰ ਬੱਚੇ ਕਹਿ ਦਿੰਦੇ, ਮੰਮੀ ਡੈਡੀ ਤੁਸੀਂ ਚਿੰਤਾ ਨਾ ਕਰੋ, ਆਪਾਂ ਰਾਤ ਨੂੰ 5 ਜੀ ਆ, ਆਪਣੇ ਕੋਲੇ 2.5 ਰੋਟੀਆਂ ਤੇ ਅੱਧੀ ਰੋਟੀ ਖਾ ਲਵਾਂਗੇ, ਪਰ ਅਸੀਂ ਤੁਹਾਨੂੰ ਕਸ਼ਟ ਵਿੱਚ ਨਹੀਂ ਵੇਖਣਾ ਚਾਹੁੰਦੇ। ਸਾਨੂੰ ਪਰਮੇਸ਼ਰ ਸੰਤੁਸ਼ਟ ਕਰੂਗਾ ਉਹਦੇ ਨਾਲ। ਅੱਧੀ ਖਾ ਕੇ ਗੁਜ਼ਾਰਾ ਕਰ ਲਾਂਗੇ, ਆਪਾਂ ਹੋਰ ਕਿਸੇ ਕਿਸਮ ਦਾ ਕੰਮ ਨਹੀਂ ਛੋਣਾ। ਪਰਮੇਸ਼ਰ ਆਪਾਂ ਨੂੰ ਅੱਜ ਅੱਧੀ ਖਾਂਦੇ ਆ ਤੇ ਇੱਕ ਵਕਤ ਸਾਨੂੰ ਪੂਰੀ ਰੋਟੀ ਵੀ ਪਰਮੇਸ਼ਵਰ ਦੇਵੇਗਾ। ਬੜੇ ਬੱਚਿਆਂ ਦੇ ਅੰਦਰ ਸਮਝ ਆ ਕਈਆਂ 'ਚ,
ਉਹ ਆਪਣੇ ਮਾਂ ਪਿਓ ਨੂੰ ਇਹ ਨਹੀਂ ਕਹਿੰਦੇ ਪਰੌਂਠੇ ਦਿਓ, ਰੱਜ ਕੇ ਰੋਟੀ ਦਿਓ। ਉਹ ਕਹਿੰਦੇ ਵੀ ਆਪਾਂ ਕਮਾਈ ਕਰਾਂਗੇ, ਹਿੰਮਤ ਰੱਖਦੇ ਹਾਂ, ਕਮਾਈ ਕਰਾਂਗੇ, ਇੱਕ ਦਿਨ ਰੱਜ ਕੇ ਰੋਟੀ ਖਾਵਾਂਗੇ। ਆਪਣੇ ਮਾਂ ਪਿਓ ਦੇ ਨਾਲ ਖੜ ਜਾਂਦੇ ਨੇ ਬੱਚੇ ਕਿ ਮੰਮੀ ਡੈਡੀ ਹਿੰਮਤ ਰੱਖੋ, ਆਪਾਂ ਕੋਈ ਇਸ ਤਰ੍ਹਾਂ ਦੇ ਕੰਮ ਨੂੰ ਹੱਥ ਨਹੀਂ ਪਾਉਣਾ ਜਿਹੜਾ ਸਾਡੇ ਲਈ ਬਦਨਾਮੀ ਦਾ ਕਾਰਨ ਬਣੇ। ਆਓ ਪਹਿਲਾਂ ਆਪਾਂ ਪਰਮੇਸ਼ਰ ਦੀ ਹਜ਼ੂਰੀ 'ਚ ਬੈਠੀਏ, ਪਹਿਲਾਂ ਪ੍ਰਾਰਥਨਾ ਕਰੀਏ, ਪ੍ਰਭੂ ਦੇ ਅਰਪਣ ਕਰੀਏ ਆਪਣੇ ਆਪ ਨੂੰ। ਜਦ ਅਸੀਂ ਪ੍ਰਭੂ ਦੇ ਅਰਪਣ ਆਪਣੇ ਆਪ ਨੂੰ ਰੂਹ ਜਿਸਮ ਜਾਨ ਕਰ ਦੇਵਾਂਗੇ, ਘਰ ਪਰਿਵਾਰ ਨੂੰ, ਕੰਮਕਾਰ ਨੂੰ ਕੰਮ ਕਰਨ ਲਈ ਸਮਰਥਾ ਮੰਗਾਂਗੇ, ਸ਼ਾਂਤੀ ਮੰਗਾਂਗੇ, ਬੁੱਧ ਸਮਝ ਮੰਗਾਂਗੇ ਪਰਮੇਸ਼ਰ ਦੇ ਕੋਲੋਂ, ਤਾਂ ਮੇਰੇ ਜੀਜੋ ਸਾਡੇ ਅੰਸੂ ਸਾਡੇ ਅੱਖਾਂ ਦੇ ਅਥਰੂ ਪ੍ਰਭੂ ਪੋਚ ਦਵੇਗਾ ਤੇ ਅਸੀਂ ਸੰਕਟ ਵਾਲੇ ਸਮੇਂ ਚੋਂ ਨਿਕਲ ਜਾਵਾਂਗੇ। ਪਰਮੇਸ਼ਵਰ ਸਾਡੀ ਮਦਦ ਕਰੇਗਾ। ਹਾਲੇਲੂਇਆ। ਕੋਈ ਸਰੀਰਕ ਤਕਲੀਫ ਆ ਪ੍ਰਭੂ ਦੂਰ ਕਰ ਦੇਊਗਾ, ਕੋਈ ਵੀ ਸਮੱਸਿਆ ਪ੍ਰਭੂ ਦੂਰ ਕਰ ਦੇਵੇਗਾ। ਪਰ ਆਪਾਂ ਤਕੜੇ ਰਹੋ, ਹਿੰਮਤ ਰੱਖੋ, ਜਿਵੇਂ ਪਹਿਲਾਂ ਰੱਖੀ ਆ ਅੱਜ ਵੀ ਹਿੰਮਤ ਰੱਖਣੀ ਆ। ਆਪਣੇ ਆਪ ਦੀ ਮਜ਼ਬੂਤੀ ਵਾਸਤੇ ਪ੍ਰਾਰਥਨਾ ਕਰੋ, ਕਲੀਸਿਆ ਵਾਸਤੇ ਪ੍ਰਾਰਥਨਾ ਕਰੋ। ਪ੍ਰਭੂ ਕਲੀਸਿਆ ਨੂੰ ਮਜ਼ਬੂਤ ਕਰੋ, ਕਲੀਸਿਆ ਦੀ ਤਰੱਕੀ ਵਾਸਤੇ ਪ੍ਰਾਰਥਨਾ ਕਰੋ। ਜਿਹੜੇ ਕਮਜ਼ੋਰ ਘਰ ਆ ਉਹਨਾਂ ਦੀ ਤਰੱਕੀ ਵਾਸਤੇ, ਜਿਨ੍ਹਾਂ ਦੇ ਕੰਮਕਾਰ ਨਹੀਂ ਚੱਲਦੇ ਉਹਨਾਂ ਦੀ ਤਰੱਕੀ ਵਾਸਤੇ ਪ੍ਰਾਰਥਨਾ ਕਰੋ। ਤੁਸੀਂ ਹਰ ਪ੍ਰਾਰਥਨਾ 'ਚ ਜੋ ਕਮਜ਼ੋਰ ਉਹਦੇ ਵਾਸਤੇ ਵੀ ਪ੍ਰਾਰਥਨਾ ਕਰਨੀ, ਪ੍ਰਭੂ ਕਿ ਫਲਾਣਾ ਪਰਿਵਾਰ ਪ੍ਰੇਰ ਦੇ ਵਿੱਚ ਕਮਜ਼ੋਰ ਨੂੰ ਸ਼ਕਤੀ ਦੇ, ਹਿੰਮਤ ਦੇ, ਉਹਦੇ ਕੰਮਾਂ ਕਾਰਾਂ 'ਚ ਬਰਕਤ ਦੇ। ਪ੍ਰਭੂ ਸਭ ਦੇ ਲਈ ਪ੍ਰਾਰਥਨਾ ਕਰੋ। ਫਿਰ ਆਪਦੇ ਆਂਢੀਆਂ ਗੁਆਂਢੀਆਂ ਵਾਸਤੇ ਪ੍ਰੇਰ ਕਰੋ, ਪੂਰੀ ਮੰਡਲੀ ਵਾਸਤੇ ਕਰੋ, ਆਪਣੇ ਮਹੱਲੇ ਵਾਸਤੇ ਕਰੋ, ਸਾਡੇ ਸ਼ਹਿਰ ਵਾਸਤੇ, ਸਾਡੇ ਪੰਜਾਬ ਦੇ ਵਾਸਤੇ, ਸਾਡੇ ਦੇਸ਼ ਵਾਸਤੇ, ਦੁਨੀਆ ਭਰ ਵਾਸਤੇ। ਸਾਡੇ ਮੂੰਹ 'ਚੋਂ ਚੰਗੇ ਸ਼ਬਦ ਨਿਕਲਣੇ ਚਾਹੀਦੇ ਨੇ। ਪਤਾ ਨਹੀਂ ਕਿਹੜਾ ਸ਼ਬਦ ਕਿਸ ਦੀ ਜ਼ਿੰਦਗੀ ਵਾਸਤੇ ਸਾਡੇ ਮੂੰਹ 'ਚੋਂ ਨਿਕਲਦਾ ਆ ਤੇ ਉਹਨਾਂ ਦਾ ਜੀਵਨ ਤੇ ਘਰ ਪਰਿਵਾਰ ਬਦਲ ਜਾਂਦਾ। ਹਾਲੇਲੂਇਆ, ਹਾਲੇਲੂਇਆ। ਸੋ ਬਹੁਤ ਜ਼ਿਆਦਾ ਖਾਣ ਨਾਲੋਂ, ਬੇਕਾਰ ਕਰਨ ਨਾਲੋਂ ਭੋਜਨ ਨੂੰ ਇੱਕ ਮੁੱਠ ਹੀ ਹੋਵੇ ਸੁੱਖ ਦੀ, ਤੇ ਉਹੋ ਹੀ ਸਾਡੇ ਪਰਿਵਾਰ ਦੇ ਲਈ ਚੰਗੀ ਹੈ। ਸੁੱਖ ਦੀ ਰੋਟੀ, ਜੇ ਸਾਡੇ ਘਰ ਬੇਹੱਦ ਨਾਜ ਪਿਆ ਹੋਵੇ ਤੇ ਸ਼ਾਂਤੀ ਨਾ ਹੋਵੇ, ਖਾਣ ਦਾ ਵਕਤ ਹੀ ਨਾ ਹੋਵੇ, ਮੇਰੇ ਜੀਜੋ ਇੱਕ ਦਿਨ ਨਾ ਘਰ ਦੇ ਵਿੱਚ ਰੋਟੀ ਇਕੱਠੇ ਖਾਧੀ ਜਾਵੇ ਨਾ ਤੇ ਇਨਸਾਨ ਸੰਤੁਸ਼ਟ ਨਹੀਂ ਹੁੰਦਾ, ਪਛਤਾਉਂਦਾ। ਪ੍ਰਭੂ ਰਾਤ ਅਸੀਂ ਖਾਣਾ ਬਣਾਇਆ ਸੀ, ਸਾਡੇ ਘਰ 'ਚ ਇਹ ਪਰੇਸ਼ਾਨੀ ਆ ਗਈ 2 ਘੰਟੇ, ਅਸੀਂ ਕਿਉਂ ਨਹੀਂ ਇਕੱਠੇ ਹੋ ਕੇ ਖਾ ਪਾਏ। ਪ੍ਰਭੂ ਸਾਨੂੰ ਮਾਫ ਕਰ, ਸਵੇਰ ਦਾ ਖਾਣਾ ਸੀ ਤੁਹਾਡੀ ਕਿਰਪਾ ਨਾਲ ਸਾਰੇ ਜੀ ਇਕੱਠੇ ਬੈਠ ਕੇ ਖਾਵਾਂਗੇ। ਆਸ ਰੱਖਣੀ ਆ ਪੁੱਤ। ਹਾਲੇਲੂਇਆ, 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 ਹਾਲੇਲੂਇਆ। ਯਾਦ ਰੱਖਣਾ ਕਿ ਇੱਕ ਮੁੱਠੀ ਆਟੇ ਦੀ ਸੁੱਖ ਦੀ ਸੰਤੁਸ਼ਟੀ ਦੀ ਇਹ ਜ਼ਿੰਦਗੀ ਭਰ ਮੁੱਕਦੀ ਨਹੀਂ ਆ। ਉਸ ਵਿਧਵਾ ਔਰਤ ਭੈਣ ਵੱਲ ਧਿਆਨ ਕਰੋ ਜਿਹੜੀ ਏਲੀਆ ਸਮੇਂ, ਅਲੀਸ਼ਾ ਸਮੇਂ ਸੀ, ਕਿਵੇਂ ਪਰਮੇਸ਼ਵਰ ਨੇ ਉਹਦੇ ਤੇ ਦਾਨ ਵਰਦਾਨ ਦੇ ਦਿੱਤੇ। ਹਾਲੇਲੂਇਆ। ਪ੍ਰਭੂ ਅੱਜ ਦੇ ਵਚਨ ਤੇ ਸਮੇਂ ਤੇ ਆਸ਼ੀਸ਼ ਦੇਵੇ। ਆਓ ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਸੱਚੇ ਜਿਉਂਦੇ ਪਰਮੇਸ਼ਵਰ, ਪਿਆਰੇ ਪ੍ਰਭੂ ਯੀਸ਼ੂ ਮਸੀਹ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪ੍ਰਭੂ। ਤੁਹਾਡੀਆਂ ਭਲਾਈਆਂ ਲਈ ਪਿਤਾ ਪਰਮੇਸ਼ਵਰ ਆਈ ਸੰਗਤ ਤੇ ਕਿਰਪਾ ਤੇ ਰਹਿਮ ਕਰਨਾ ਪ੍ਰਭੂ ਜੀ। ਜੋ ਨਹੀਂ ਆ ਸਕੇ ਉਹਨਾਂ ਤੇ ਵੀ ਦਇਆ ਦ੍ਰਿਸ਼ਟੀ ਕਰਨੀ ਪ੍ਰਭੂ, ਅਤੇ ਪ੍ਰਾਰਥਨਾ ਭਵਨ 'ਚ ਹਰ ਸੰਡੇ ਆਉਣ ਲਈ ਮਦਦ ਕਰ ਪ੍ਰਭੂ ਜੀ। ਪਿਆਰੇ ਪ੍ਰਭੂ ਯੀਸ਼ੂ ਮਸੀਹ, ਕੋਈ ਵੀ ਆਪਣੇ ਘਰਾਂ ਦੇ ਵਿੱਚ ਜਾਂ ਮੰਡਲੀ ਦੇ ਵਿੱਚ ਭਵਨ ਦੇ ਅੰਦਰ ਦੁਖੀ, ਬਿਮਾਰ, ਲਾਚਾਰ, ਪਰੇਸ਼ਾਨ ਆ, ਕਿਸੇ ਵੀ ਕਿਸਮ ਦੀ ਬਿਮਾਰੀ ਆ, ਪੇਟ ਦੇ ਅੰਦਰ ਆ, ਸਰੀਰ ਦੇ ਉੱਪਰ ਆ ਪ੍ਰਭੂ ਜੀ, ਸਾਰੀਆਂ ਬਿਮਾਰੀਆਂ, ਪਰੇਸ਼ਾਨੀਆਂ
जिथे भी प्रार्थना सुनी जाती आ, प्यारे प्रभु यीशु मसीह तुहाडे सामर्थी नाम च सब लोगों का मन बदल जाए, एक एक दी नेचा तकड़ी हो जाए, सब दी नेचा बन जाए, सब दे दिल नीवे हो जान, प्रार्थना वाला दिल बन जाए, सारे शरीर के अंदर प्रभु यीशु का लहू लग जाए, प्रभु यीशु का खून एक जान जा जाए, हर बीमारी हर दुष्ट आत्मा की शक्ति शरीर रोग प्रभु यीशु दे नाम एकदम निकल जा। पवित्र आत्मा अभिषेक कर, पवित्र आत्मा अभिषेक कर, पवित्र आत्मा शो, पवित्र आत्मा शो, पवित्र आत्मा अभिषेक कर, प्रभु यीशु का लहू लग जाए, प्रभु यीशु का लहू लग जाए, प्रभु यीशु का लहू लग जाए, प्रभु यीशु जी तुहाडा पवित्र हत्थ छू लवे, प्रभु यीशु जी तुहाडा लहू आ जाए, एक एक रूह शांति चंगाई मिल जाए, हर विरोधी शक्तियां जो गुप्त बीमारी लेके बैठियां प्रभु यीशु दे नाम निकल जा। इस भवन ते तुहाडी आशीष आ जाए, सामान वास्ते बरकत आ जाए, साडे फरीदकोट पंजाब देश से आशीष आ जाए, और आत्मा अभिषेक कर, और आत्मा कमजोर ने चाह तुहाडी कृपा ना तकड़ी हो जाए, चंगा करन दी समर्था शो, चंगा करन दी समर्था शो, प्रभु यीशु दे नाम दे विच चंगा करन दी समर्था शो, प्रभु यीशु दे नाम दे विच। प्यारे प्रभु तुहाडा शुक्र होवे, तुहाडीआं भलाईआं लई धन्नवादी प्रभु, सब भैणां भरावां ते किरपा कीती प्रभु, आस रखदे हां पवित्र आत्मा अभिषेक कीता, फिर तो पवित्र आत्मा प्रभु यीशु दे नाम शो, सब नूं शांति चंगाई आशीष मिल जाए, प्रभु यीशु दे सामर्थी और पवित्र नाम दे विच मंगदे हां, आमीन, हालेलुया, हालेलुया। सारी मंडली जय मसीह की, प्रभु आशीष दे।